तुतदार स्यों प्रीत लगाई। एक उत्तम पंथ सुनियो गुर संगत, तेहे मिलंत जम त्रास मिटाई। एक अरदास पाठ कीरत की, गुरु रामदास रखो सरनाई। फल गुण आनंद उपार्जना, हर सज्जन प्रगटे आए। संत सहाई राम के, कर कृपा दिया मिलाए। सेज सुहावे सर्ब सुख, हुण दुखां नाहीं जाए। इच पुन्नी वड भागणी, वर पाया हर राए। मिल सहिया मंगल गावही, गीत गोविंद अलाए। हर जेहा अवर ना दिसई, होए दूजा लवै ना लाए। हलत पलत सवारियो, निहचल द्वितीय न जाए। संसार सागर ते रखिया ना, बहुड़ ना जन्म ताए। फल गुण नित सलाहिया, जिसना तिल ना तमाए। जिन जिन नाम ध्याया, तिनके काज सरे। हर गुर पूरा आराध्या, दरगह सच करे। सर्ब सुखा निज चरण हरा, भव जला बिखम तरे। प्रेम भगत तिन पाइया, बिखया नाहीं जरे। कूड़ गए दुविधा नसी, पूरना सच भरे। पार ब्रह्म प्रभु सेवंदे, मन अंदर एक तरे। महान दिवस मूरत भले, जिसका नदर करे। नानक मंगै दर्श दाना, कृपा करो हरे। महान दिवस मूरत भले, जिसको नदर करे। नानक मंगै दर्श दाना, कृपा करो हरे। वाहिगुरु जी का खालसा, वाहिगुरु जी की फतेह। परम सत्कारयोग सतगुरु जी की पावन पवित्र हजूरी के अंदर विराजमान साध संगत जीओ, पातशाह जी तुरतते हैं, रहमतां कर रहे हैं।
ਜੋ ਕਿ ਅਸੀਂ ਸਤਿਗੁਰੂ ਜੀ ਦੇ ਦਰ 'ਤੇ ਹਰ ਮਹੀਨੇ ਅਰਦਾਸ ਕਰਦੇ ਹਾਂ ਕਿ ਪਾਤਸ਼ਾਹ ਜੀਓ, ਤੇਰੇ ਦਰ 'ਤੇ ਇੱਕ ਅਰਦਾਸ ਹੈ। ਕੀ ਅਰਦਾਸ ਹੈ? ਕਿ ਸਤਿਗੁਰੂ ਜੀਓ, ਘਰ ਦਾ ਸੁੱਖ ਬਖਸ਼ਿਸ਼ ਕਰਿਓ। ਜਿਹੜਾ ਮਨੁੱਖ, ਜਿਹੜਾ ਇਨਸਾਨ ਸੁੱਖ ਮੰਗਦਾ ਹੈ, ਉਸ ਇਨਸਾਨ ਦੇ ਜੀਵਨ ਦੇ ਵਿੱਚ ਇੱਕ ਰੱਬ ਦੇ ਘਰ ਦਾ ਸੱਚ ਹੈ ਕਿ ਸੁੱਖ ਦੇ ਨਾਲ ਨਾਲ ਦੁੱਖ ਜ਼ਰੂਰ ਆਉਣਾ ਹੈ। ਕਿਉਂਕਿ ਜਿਹੜਾ ਇਹ ਮਨੁੱਖ ਹੈ, ਦੁੱਖ ਅਤੇ ਸੁੱਖ ਦੇ ਦੋ ਵਸਤਰ ਪਹਿਨ ਕਰਕੇ ਸੰਸਾਰ ਵਿੱਚ ਆਇਆ। ਦੁੱਖ ਸੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ। ਤੇ ਕਦੇ ਤੇ ਸੁੱਖ ਦੀ ਵਾਰੀ ਆਉਂਦੀ ਹੈ, ਕਦੇ ਦੁੱਖ ਦੀ ਵਾਰੀ ਆਉਂਦੀ ਹੈ। ਹੁਣ ਮਨੁੱਖ ਸੋਚੇ ਕਿ ਭਾਈ ਜੇਕਰ ਦੁੱਖ ਹੀ ਆਉਣਾ ਹੈ, ਫਿਰ ਪਾਤਸ਼ਾਹ ਜੀ ਦੇ ਦਰ ਤੇ ਕਿਉਂ ਜੁੜੀਏ? ਪਾਤਸ਼ਾਹ ਜੀ ਅੱਜ ਦੇ ਸ਼ਬਦ ਦੇ ਅੰਦਰ ਇੱਕ ਬਖਸ਼ਿਸ਼ ਕਰਦੇ ਹਨ, ਇੱਕ ਰਹਿਮਤ ਕਰਦੇ ਹਨ ਕਿ ਭਾਈ ਜੇਕਰ ਤੂੰ ਚਾਹੁੰਦਾ ਹੈ ਕਿ ਤੇਰੇ ਜੀਵਨ ਦੇ ਵਿੱਚ ਦੁੱਖ ਨਾ ਆਵੇ, ਹੋਰ ਕੀ ਆ ਜਾਏ, ਫਿਰ ਤੈਨੂੰ ਇੱਕ ਅਰਦਾਸ ਕਰਨੀ ਪਵੇਗੀ, ਇੱਕ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਜੋਦੜੀ ਕਰਨੀ ਪਵੇਗੀ ਕਿ ਸਤਿਗੁਰੂ ਜੀਓ ਮਿਹਰ ਕਰ ਦਿਓ, ਬਖਸ਼ਿਸ਼ਾਂ ਕਰ ਦਿਓ ਕਿ ਸੁੱਖ ਬਣਿਆ ਰਵੇ। ਹੁਣ ਸਤਿਗੁਰੂ ਜੀ ਕਹਿਣ ਲੱਗੇ, ਭਾਈ ਦੁੱਖ ਸੁੱਖ ਤੇ ਆਉਣਾ ਹੈ, ਸੁੱਖ ਤੇਰੇ ਜੀਵਨ ਦੇ ਵਿੱਚ ਕਿਵੇਂ ਬਣ ਸਕਦਾ? ਇਹ ਜੋ ਸ਼ਬਦ ਹੈ ਅੱਜ ਦੇ ਸ਼ਬਦ ਦੇ ਵਿੱਚ ਪਾਤਸ਼ਾਹ ਜੀ ਇੱਕ ਰਹਿਮਤ ਕਰ ਰਹੇ ਹਨ ਕਿ ਭਾਈ ਤੈਨੂੰ ਅੰਦਰ ਤੋਂ ਜਦੋਂ ਆਨੰਦ ਆ ਗਿਆ ਨਾ, ਤੇ ਉਦੋਂ ਤੇਰੇ ਜੀਵਨ ਦੇ ਅੰਦਰ ਸੁੱਖ ਟਿਕ ਜਾਵੇਗਾ। ਪਰਮਾਤਮਾ ਦਾ ਹੁਕਮ ਤੇਰੇ ਹਿਰਦੇ ਵਿੱਚ ਟਿਕ ਜਾਵੇਗਾ। ਕਿਉਂਕਿ ਜਿਹੜਾ ਆਨੰਦ ਹੈ ਨਾ, ਆਨੰਦ ਇੱਕ ਐਸੀ ਬਖਸ਼ਿਸ਼ ਹੈ, ਐਸੀ ਇੱਕ ਰਹਿਮਤ ਹੈ ਕਿ ਇਸ ਆਨੰਦ ਤੋਂ ਬਾਅਦ ਇਨਸਾਨ ਕਦੇ ਵੀ ਆਪਣੇ ਜੀਵਨ ਕਾਲ ਦੇ ਅੰਦਰ ਹੋਰ ਕੋਈ ਉਪਾਧੀ ਨਹੀਂ ਪ੍ਰਾਪਤ ਕਰ ਸਕਦਾ। ਕਿਉਂਕਿ ਆਨੰਦ ਦਾ ਜਿਹੜਾ ਕੋਈ ਨਾ ਤਾਂ ਕੋਈ ਵਿਰੋਧੀ ਸ਼ਬਦ ਹੈ, ਤੇ ਜੇ ਵਿਆਖਿਆ ਕਰੇਗਾ ਇਨਸਾਨ ਤੇ ਨਾ ਇਸ ਦੀ ਕੋਈ ਵਿਆਖਿਆ ਇਨਸਾਨ ਕਰ ਸਕਦਾ। ਵਿਆਖਿਆ ਇਹ ਹੋਵੇਗੀ ਕਿ ਮਨੁੱਖ ਨੇ ਪੰਜਾਂ ਨੂੰ ਜਿੱਤ ਲਿਆ, ਪੰਜਾਂ ਨੂੰ ਜਿੱਤ ਕਰਕੇ ਪਰਮਾਤਮਾ ਦੇ ਚਰਨਾਂ ਵਿੱਚ ਟਿਕ ਕਰਕੇ ਨਾ ਸਤਿਗੁਰੂ ਜੀ ਦੇ ਦਰ ਤੋਂ ਆਨੰਦ ਪ੍ਰਾਪਤ ਕੀਤਾ ਤੇ ਪਾਤਸ਼ਾਹ ਜੀ ਦੇ ਦਰ ਤੋਂ ਆਨੰਦ ਪ੍ਰਾਪਤ ਕਰਕੇ ਆਖਿਆ ਕਿ ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਤੇ ਪਾਤਸ਼ਾਹ ਜੀ ਕਹਿਣ ਲੱਗੇ, ਫਲ ਗੁਣ ਆਨੰਦ ਉਪਾਰਜਨਾ, ਹਰ ਸੱਜਣ ਪ੍ਰਗਟੇ ਆਏ। ਕਹਿਣ ਲੱਗੇ ਫੱਗਣ ਦੇ ਮਹੀਨੇ ਦੇ ਵਿੱਚ ਅੰਦਰ ਤੋਂ ਆਨੰਦ ਪੈਦਾ ਹੋ ਗਿਆ, ਤੇ ਅੰਦਰ ਤੋਂ ਜਿਹੜਾ ਆਨੰਦ ਪੈਦਾ ਕਿਵੇਂ ਹੋਇਆ? ਪਾਤਸ਼ਾਹ ਜੀ ਕਹਿਣ ਲੱਗੇ ਹਰ ਸੱਜਣ ਪ੍ਰਗਟੇ ਆਏ, ਕਿ ਜਿਹੜਾ ਹਰੀ ਪਰਮਾਤਮਾ ਸੀ, ਜਿਹੜਾ ਵਾਹਿਗੁਰੂ ਸੀ ਨਾ, ਉਹ ਮੇਰੇ ਹਿਰਦੇ ਦੇ ਅੰਦਰ ਪ੍ਰਗਟ ਹੋ ਗਿਆ ਹੈ। ਹੁਣ ਜਿਹੜੀ ਚੀਜ਼ ਪ੍ਰਗਟ ਹੋਣੀ ਹੁੰਦੀ ਹੈ, ਇੱਕ ਪੈਦਾ ਹੋਣਾ ਹੁੰਦਾ ਹੈ, ਇੱਕ ਪ੍ਰਗਟ ਹੋਣਾ ਹੁੰਦਾ ਹੈ। ਪ੍ਰਗਟ ਹੋਣ ਦਾ ਅਖਰੀ ਅਰਥ ਇਹ ਹੈ ਕਿ ਕਿਤੇ ਨਾ ਕਿਤੇ ਉਹ ਚੀਜ਼ ਛੁਪੀ ਹੋਈ ਸੀ, ਅੱਖਾਂ ਤੋਂ ਪਰੋਖੇ, ਅੱਖਾਂ ਤੋਂ ਓਹਲੇ ਸੀ, ਤੇ ਹੁਣ ਉਹ ਅੱਖਾਂ ਦੇ ਸਾਹਮਣੇ ਆ ਗਈ। ਉਸ ਚੀਜ਼ ਨੂੰ ਅਸੀਂ ਆਖਦੇ ਹਾਂ ਇਹ ਪ੍ਰਗਟ ਹੋ ਗਈ ਹੈ। ਜਿਸ ਤਰ੍ਹਾਂ ਹਰ ਰੋਜ਼ ਅਸੀਂ ਆਖਦੇ ਹਾਂ ਕਿ ਸੂਰਜ ਚੜ੍ਹਦਾ ਹੈ, ਕਿ ਸੂਰਜ ਛਿਪਦਾ ਹੈ, ਸੂਰਜ ਚੜ੍ਹਦਾ ਹੈ। ਸੂਰਜ ਦੀ ਹੋਂਦ ਇੱਕ ਐਸੀ ਹੈ, ਸੂਰਜ ਕਿਤੇ ਵੀ ਨਹੀਂ ਜਾਂਦਾ। ਜਿਤਨੀਆਂ ਵੀ ਧਰਤੀਆਂ ਹਨ, ਜਿਤਨੇ ਵੀ ਗ੍ਰਹਿ ਹਨ, ਉਪਗ੍ਰਹਿ ਹਨ, ਸਾਰੇ ਗ੍ਰਹਿ ਸੂਰਜ ਦੀ ਪਰਿਕਰਮਾ ਕਰਦੇ ਹਨ, ਸੂਰਜ ਦਾ ਚੱਕਰ ਲਾਉਂਦੇ ਹਨ।
ਜਦੋਂ ਗੇੜਾ ਦੇ ਕਰਕੇ ਚੱਕਰ ਲਾ ਕਰਕੇ ਧਰਤੀ ਆਉਂਦੀ ਹੈ ਆਪਣਾ ਸਮੇਂ ਦੇ ਅਨੁਸਾਰ ਕੁਝ ਘੰਟਿਆਂ ਬਾਅਦ ਸੂਰਜ ਦੇ ਸਾਹਮਣੇ, ਤੇ ਉਦੋਂ ਜਿਹੜਾ ਸੂਰਜ ਹੈ ਉਹ ਪ੍ਰਗਟ ਹੋ ਜਾਂਦਾ ਹੈ। ਕਹਿਣ ਤੋਂ ਭਾਵ ਇਹ ਹੈ ਕਿ ਸੂਰਜ ਕਿਤੇ ਗਿਆ ਨਹੀਂ, ਧਰਤੀ ਹੀ ਪਰੇ ਹੋ ਗਈ ਸੀ। ਜਦੋਂ ਧਰਤੀ ਸਾਹਮਣੇ ਆਈ ਉਦੋਂ ਅਸੀਂ ਆਖਿਆ ਕਿ ਸੂਰਜ ਪ੍ਰਗਟ ਹੋ ਗਿਆ ਹੈ। ਇਸੇ ਹੀ ਤਰ੍ਹਾਂ ਜਿਹੜਾ ਹਰੀ ਪਰਮਾਤਮਾ ਹੈ, ਰੱਬ ਹੈ ਜਿਹੜਾ, ਉਹ ਸਾਡੇ ਹਿਰਦੇ ਦੇ ਵਿੱਚ ਹੀ ਵਸਿਆ ਪਿਆ ਹੈ। ਤੇ ਰੱਬ ਦੀ ਜਿੰਨਾ ਚਿਰ ਬੰਦਗੀ ਨਹੀਂ ਕਰਦਾ ਮਨੁੱਖ, ਜਿੰਨਾ ਚਿਰ ਰੱਬ ਨੂੰ ਪਰਮਾਤਮਾ ਨੂੰ ਯਾਦ ਨਹੀਂ ਕਰਦਾ, ਉਤਨਾ ਸਮਾਂ ਪਰਮਾਤਮਾ ਵੀ ਇਸ ਹਿਰਦੇ ਦੇ ਵਿੱਚੋਂ ਪ੍ਰਗਟ ਨਹੀਂ ਹੁੰਦਾ। ਤੇ ਕਹਿਣ ਲੱਗੇ ਮੇਰੇ ਵਾਹਿਗੁਰੂ ਪਰਮਾਤਮਾ ਜੀ ਨੇ ਨਾ ਮੈਨੂੰ ਅੰਦਰ ਤੋਂ ਆਨੰਦ ਬਖਸ਼ਿਸ਼ ਕਰ ਦਿੱਤਾ ਹੈ। ਕਿਉਂਕਿ ਮੇਰਾ ਪਰਮਾਤਮਾ, ਮੇਰਾ ਰੱਬ ਅੰਦਰ ਪ੍ਰਗਟ ਹੋ ਗਿਆ ਹੈ। ਤੇ ਇਹ ਪ੍ਰਗਟ ਕਿਵੇਂ ਹੋਇਆ? ਸੰਤ ਸਹਾਈ ਰਾਮ ਕੇ ਕਰ ਕਿਰਪਾ ਦੀਆ ਮਿਲਾਏ। ਜਿਹੜੇ ਪਰਮਾਤਮਾ ਦੇ ਘਰ ਤੋਂ ਬਰਸਾਏ ਹੋਏ ਸਨ, ਜਿਹੜੇ ਰੱਬ ਦੇ ਘਰ ਦੇ ਪਿਆਰੇ ਸਨ, ਮੈਂ ਉਹਨਾਂ ਦੀ ਸੰਗਤ ਕੀਤੀ। ਤੇ ਸੰਗਤ ਕਰਕੇ ਪ੍ਰਾਪਤੀ ਕੀ ਹੋਈ? ਕਹਿਣ ਲੱਗੇ ਉਹਨਾਂ ਦੀ ਜਦੋਂ ਮੈਂ ਸੰਗਤ ਕੀਤੀ ਮਹਾਂਪੁਰਖਾਂ ਦੀ, ਤੇ ਸੰਗਤ ਕਰਨ ਦੇ ਨਾਲ ਨਾ ਉਹਨਾਂ ਹਰੀ ਦੇ ਪਿਆਰਿਆਂ ਨੇ, ਪਰਮਾਤਮਾ ਨੇ ਮੈਨੂੰ ਵੀ ਜਾਗ ਲਾ ਦਿੱਤਾ, ਮੇਰੇ ਅੰਦਰ ਵੀ ਪਰਮਾਤਮਾ ਦੇ ਪ੍ਰਤੀ ਪਿਆਰ ਪੈਦਾ ਕਰ ਦਿੱਤਾ। ਹੁਣ ਜਿਹੜੇ ਮਨੁੱਖਾਂ ਨੇ ਪਰਮਾਤਮਾ ਦੀ ਸੰਗਤ ਕੀਤੀ ਹੈ ਤੇ ਪਰਮਾਤਮਾ ਤੋਂ ਵਰਸਾਏ ਹੋਏ ਮਹਾਂਪੁਰਖਾਂ ਦੀ ਸੰਗਤ ਕਰਕੇ ਉਹਨਾਂ ਦਾ ਆਖਿਆ ਮੰਨਿਆ ਹੈ ਨਾ, ਤੇ ਉਹਨਾਂ ਦੇ ਜੀਵਨ ਬਾਰੇ ਅੱਜ ਕਹਾਣੀਆਂ, ਉਹਨਾਂ ਦੇ ਜੀਵਨ ਬਾਰੇ ਅੱਜ ਗਾਥਾਵਾਂ ਤੇ ਕਥਾਵਾਂ ਹੁੰਦੀਆਂ ਹਨ। ਉਦਾਹਰਣ ਵਜੋਂ ਮਹਾਂਪੁਰਖ ਸੀ, ਅੱਜ ਕੱਲ੍ਹ ਸੱਚਖੰਡ ਬਿਆਨਾ ਕਰ ਗਏ ਸੰਤ ਬਾਬਾ ਅਜੀਤ ਸਿੰਘ ਜੀ ਹਸਾਲੀ ਸਾਹਿਬ ਵਾਲੇ ਮਹਾਂਪੁਰਖ। ਇਹ ਫਤਿਹਗੜ੍ਹ ਸਾਹਿਬ ਜੀ ਦੇ ਕੋਲੇ ਅਸਥਾਨ ਪੈਂਦਾ ਹੈ। ਤੇ ਉਸ ਅਸਥਾਨ ਦੇ ਉੱਤੇ ਮਹਾਂਪੁਰਖ ਆਪਣੀ ਕੁੱਲੀ ਵਿੱਚ ਸਨ। ਬੇਨਤੀ ਕਰਦੇ ਹਾਂ ਕਿ ਜਿਹੜੇ ਸੰਤ ਮਹਾਂਪੁਰਖ ਹੁੰਦੇ ਹਨ, ਉਹ ਰੱਬ ਨੂੰ ਮਿਲਣ ਵਾਸਤੇ, ਪਰਮਾਤਮਾ ਦਾ ਅੰਦਰ ਤੋਂ ਨਾਮ ਪੈਦਾ ਕਰਨ ਵਾਸਤੇ ਕਿਵੇਂ ਜੀਵਨ ਦੇ ਵਿੱਚ ਇੱਕ ਘਟਨਾ ਦੇ ਰਾਹੀਂ ਸਾਨੂੰ ਰੱਬ ਦੇ ਨਾਲ ਜੋੜ ਦਿੰਦੇ ਹਨ। ਤੇ ਸ਼ਾਮ ਦਾ ਟਾਈਮ ਹੈ ਤੇ ਸੰਗਤ ਆਉਂਦੀ ਹੈ ਤੇ ਜਾਂਦੀ ਹੈ। ਤੇ ਇੱਕ ਰੱਬ ਦਾ ਪਿਆਰਾ ਆਇਆ ਤੇ ਉਸ ਨੂੰ ਪੁੱਛਣ ਲੱਗੇ, ਭਾਈ ਤੇਰਾ ਨਾਮ ਕੀ ਹੈ? ਉਹ ਕਹਿਣ ਲੱਗਿਆ ਮੇਰਾ ਨਾਮ ਬਾਬਾ ਜੀ ਪਰਮਜੀਤ ਸਿੰਘ ਹੈ। ਅੱਛਾ ਜੀ, ਕੀ ਕੰਮ ਕਰਦਾ ਹੈ, ਕੀ ਕਾਰੋਬਾਰ ਹੈ? ਕਹਿਣ ਲੱਗਿਆ ਮੈਂ ਮਹਾਂਪੁਰਖ ਸ਼ਿਪ ਦੇ ਅੰਦਰ ਨੌਕਰੀ ਕਰਦਾ ਹੈ ਤੇ ਉੱਥੋਂ ਜਦੋਂ ਛੁੱਟੀ ਹੁੰਦੀ ਹੈ ਦਰਸ਼ਨ ਕਰਨ ਵਾਸਤੇ ਆਇਆ। ਅੱਛਾ ਜੀ। ਤੇ ਫਿਰ ਕਹਿਣ ਲੱਗੇ ਸਿੱਧਾ ਆਖਣਾ, ਭਾਈ ਤੂੰ ਜਹਾਜ਼ਾਂ ਵਾਲੇ ਹੋ ਤੁਸੀਂ, ਤੇ ਮਹਾਂਪੁਰਖੋ ਤੁਹਾਡੀ ਰਜ਼ਾ ਹੈ, ਤੁਹਾਡੀ ਮਰਜ਼ੀ ਹੈ। ਹੁਣ ਸਾਰਾ ਦਿਨ ਉੱਥੇ ਰਿਹਾ, ਰਾਤ ਰਿਹਾ। ਰਾਤ ਰਹਿਣ ਤੋਂ ਬਾਅਦ ਦੂਸਰੇ ਦਿਨ ਮਹਾਂਪੁਰਖਾਂ ਤੋਂ ਛੁੱਟੀ ਮੰਗਣ ਗਿਆ। ਬਾਬਾ ਜੀ ਬੇਨਤੀ ਹੈ ਕਿ ਘਰੇ ਚਲੇ ਜਾਈਏ। ਮਹਾਂਪੁਰਖ ਕਹਿਣ ਲੱਗੇ ਬਾਅਦ ਦੇ ਵਿੱਚ ਆਈ। ਫੇਰ ਪੁੱਛਿਆ, ਕਹਿਣ ਲੱਗੇ ਘਰੇ ਚਲੇ ਜਾਈਏ। ਮਹਾਂਪੁਰਖ ਕਹਿਣ ਲੱਗੇ ਭਾਈ ਹਜੇ ਨਹੀਂ ਜਾਣਾ। ਫਿਰ ਜਦੋਂ ਅਗਲਾ ਦਿਨ ਆਇਆ ਨਾ, ਤੇ ਵਸਤਰ ਵੀ ਕੱਪੜੇ ਵੀ ਨਹੀਂ ਲੈ ਕੇ ਗਿਆ। ਤੇ ਉਹਨਾਂ ਦੇ ਰਿਸ਼ਤੇਦਾਰ, ਉਹਦੇ ਚਾਚਾ ਜੀ ਗਏ ਸਨ ਨਾਲ, ਤੇ ਉਹ ਮਹਾਂਪੁਰਖਾਂ ਦੀ ਪਹਿਲਾਂ ਸੰਗਤ ਕਰਦੇ ਸਨ, ਬ੍ਰਹਮ ਗਿਆਨੀ ਮਹਾਂਪੁਰਖ ਸਨ। ਕਹਿਣ ਲੱਗੇ ਭਾਈ ਤੂੰ ਇੰਝ ਕਰ, ਮਹਾਂਪੁਰਖਾਂ ਦੀ ਮੌਜ ਦਾ ਕੋਈ ਪਤਾ ਨਹੀਂ, ਤੂੰ ਘਰੋਂ ਨਾ ਕੱਪੜੇ ਮੰਗਾ ਲੈ। ਅੱਛਾ ਜੀ, ਘਰੋਂ ਕੱਪੜੇ ਮੰਗਾ ਲਏ। ਤੇ ਮਹਾਂਪੁਰਖਾਂ ਨੂੰ ਜਦੋਂ ਕੱਪੜੇ ਮੰਗਾਏ ਤੇ ਮਹਾਂਪੁਰਖਾਂ ਨੂੰ 2-4 ਮਹੀਨਿਆਂ ਬਾਅਦ ਫੇਰ ਪੁੱਛਿਆ ਕਿ ਬਹੁਤ ਦਿਨ ਹੋ ਗਏ ਕਿ ਸੰਤ ਜੀ ਕੀ ਅਸੀਂ ਘਰੇ ਚਲੇ ਜਾਈਏ, ਬੱਚਿਆਂ ਨੂੰ ਮਿਲ ਆਈਏ? ਮਹਾਂਪੁਰਖ ਕਹਿਣ ਲੱਗੇ ਜੀ ਤੈਨੂੰ ਵਾਰੀ-ਵਾਰੀ ਕਹਿਣਾ ਪੈਂਦਾ ਹੈ ਕਿ ਭਾਈ ਜਦੋਂ ਭੇਜਣਾ ਹੋਇਆ ਭੇਜ ਦਾਂਗੇ, ਤੇ ਸਮਾਂ ਬਤੀਤ ਹੁੰਦਾ ਹੈ ਤੇ ਅੱਜ ਰੂਟੀਨ ਚੱਲਦਾ ਹੈ। ਫਿਰ ਉਹ ਕਹਿਣ ਲੱਗਿਆ ਜਦੋਂ ਮਹਾਂਪੁਰਖਾਂ ਨੇ ਕਿਹਾ ਉਦੋਂ ਚਲੇ ਜਾਵਾਂਗੇ, ਚਲੋ। ਫਿਰ ਸੰਤਾਂ ਨੇ ਕੀ ਕਿਹਾ, ਭਾਈ ਸੇਵਾ ਵੀ ਕਰਿਆ ਕਰੋ। ਸੇਵਾ ਕਰਨ ਲੱਗੇ। ਅੱਜ ਭਾਂਡੇ ਮਾਂਜਦੇ ਹਨ, ਲੰਗਰਾਂ ਦੀ ਸੇਵਾ ਕਰਦੇ ਹਨ, ਭਾਂਡਿਆਂ ਦੀ ਸੇਵਾ ਕੀਤੀ। ਅੱਜ ਭਾਂਡੇ ਮਾਂਜ ਰਹੇ ਹਨ, ਵੱਡੇ ਵੱਡੇ ਪਤੀਲੇ।
ਤੇ ਮਹਾਂਪੁਰਖ ਕਹਿਣ ਲੱਗੇ ਉਹ ਭਾਈ ਜਹਾਜ਼ਾਂ ਵਾਲੇ ਸਾਨੂੰ ਕਿੱਥੇ ਗਏ? ਕਹਿਣ ਲੱਗੇ ਜੀ ਉਹ ਸੇਵਾ ਕਰ ਰਹੇ ਹਨ। ਅੱਛਾ ਜੀ। ਤੇ ਸੇਵਾ ਕਰਦੇ ਕਹਿਣ ਲੱਗੇ ਬੁਲਾਓ। ਜਦੋਂ ਬੁਲਾਇਆ ਗਿਆ ਤੇ ਹਾਂਜੀ ਬਾਬਾ ਜੀ ਕਹਿਣ ਲੱਗੇ ਭਾਈ ਪਰਮਜੀਤ ਸਿੰਘ ਜੀ ਇੰਜ ਕਰੋ, ਇੱਥੋਂ ਨਾ ਗੱਡੀ ਲਓ, ਕਿਸੇ ਦੀ ਗੱਡੀ ਲੈ ਕਰਕੇ ਲੁਧਿਆਣੇ ਜਾਓ, ਦੁੱਗਰੀ ਫਲਾਣੇ ਨਾਮ ਦਾ ਇੱਕ ਡਾਕਟਰ ਹੈ, ਉਹਨੂੰ ਮਿਲੋ ਤੁਸੀਂ। ਕੀ ਗੱਲ ਹੋ ਗਈ ਮਹਾਂਪੁਰਖੋ? ਕਹਿਣ ਲੱਗੇ ਕਿ ਤੁਸੀਂ ਆਪਣਾ ਚੈੱਕਅਪ ਕਰਵਾਓ, ਤੁਸੀਂ ਦੇਖੋ ਆਪਣਾ ਪੂਰਾ ਜਿਹੜਾ ਤੁਹਾਡਾ ਬਾਡੀ ਦਾ ਚੈੱਕਅਪ ਹੈ ਉਹ ਜ਼ਰੂਰੀ ਹੈ। ਕਹਿਣ ਲੱਗੇ ਮੈਨੂੰ ਤੇ ਕੋਈ ਪ੍ਰੋਬਲਮ ਨਹੀਂ। ਤੇ ਚਲੋ ਮਹਾਂਪੁਰਖ ਇੰਨੀ ਗੱਲ ਕਹਿ ਕਰਕੇ ਆਪਣੀ ਕੁੱਲੀ ਵਿੱਚ ਫੇਰ ਚਲੇ ਜਾਂਦੇ ਹਨ। ਦੂਸਰੇ ਸਾਥੀਆਂ ਨਾਲ ਵਿਚਾਰ ਕੀਤਾ ਕਿ ਮਹਾਂਪੁਰਖਾਂ ਨੇ ਇਹ ਗੱਲ ਕਿਉਂ ਕਹੀ ਹੈ ਵੀ ਭਾਈ ਲੁਧਿਆਣੇ ਜਾਓ, ਮੈਨੂੰ ਤੇ ਕੋਈ ਪ੍ਰੋਬਲਮ ਨਹੀਂ, ਨਾ ਮੇਰਾ ਕੋਈ ਸਰੀਰ ਦੁਖਦਾ ਹੈ, ਨਾ ਬੁਖਾਰ ਹੈ, ਨਾ ਕੁਝ ਹੋਰ ਸਰਦੀ ਹੈ, ਕੋਈ ਵੀ ਪ੍ਰੋਬਲਮ ਨਹੀਂ ਹੈਗੀ। ਅੱਛਾ ਜੀ। ਤੇ ਮਹਾਂਪੁਰਖ ਫੇਰ ਬਾਅਦ ਦੇ ਵਿੱਚ 10 ਵਜੇ ਫੇਰ ਬਾਹਰ ਆਏ ਗੇੜਾ ਮਾਰਨ ਵਾਸਤੇ। ਕਹਿਣ ਲੱਗੇ ਭਾਈ ਹਜੇ ਗਏ ਨਹੀਂ? ਕਹਿਣ ਲੱਗੇ ਨਹੀਂ ਗਏ ਨਹੀਂ ਜੀ। ਫਿਰ ਚਲੋ ਇੰਜ ਕਰੋ, ਤੁਸੀਂ ਹੁਣੇ ਹੀ ਜਾਓ, ਕਿਸੇ ਦੀ ਗੱਡੀ ਫੜੋ। ਉਸ ਡੇਰੇ ਦੇ ਵਿੱਚ ਉਦੋਂ ਗੱਡੀ ਸੀ ਮਰੂਤੀ, ਉਹ ਲੈ ਕਰਕੇ ਜਦੋਂ ਉਹ ਡਾਕਟਰ ਕੋਲੇ ਪਹੁੰਚੇ ਲੁਧਿਆਣੇ ਤੇ ਉਸ ਨੂੰ ਜਾ ਕਰਕੇ ਰਾਤ ਨੂੰ ਉਠਾਇਆ ਵੀ ਮਹਾਂਪੁਰਖਾਂ ਨੇ ਸੰਤਾਂ ਨੇ ਭੇਜਿਆ। ਬੇਨਤੀ ਕਰਦੇ ਹਾਂ ਕਿ ਉਹਨਾਂ ਮਹਾਂਪੁਰਖਾਂ ਦਾ ਇਤਨਾ ਪ੍ਰਤਾਪ ਹੈ ਕਿ ਉਹਨਾਂ ਦੇ ਚਰਨਾਂ ਦੇ ਵਿੱਚ ਵੱਡੇ ਵੱਡੇ ਲੋਕ ਜਾਂਦੇ ਸਨ। ਤੇ ਜਦੋਂ ਉਹ ਡਾਕਟਰ ਨੇ ਚੈੱਕਅਪ ਕਰਨਾ ਸ਼ੁਰੂ ਕੀਤਾ, ਸਟੈਚਰ ਦੇ ਉੱਤੇ ਪਾਇਆ ਨਾ ਉਸ ਭਾਈ ਨੂੰ, ਪਰਮਜੀਤ ਸਿੰਘ ਨੂੰ, ਤੇ ਸਰੀਰ ਦੇ ਵਿੱਚ ਇੱਕਦਮ ਤਰੇੜੀ ਆਈ, ਪੂਰਾ ਸਰੀਰ ਪਸੀਨੇ ਨਾਲ ਭਿੱਜ ਗਿਆ। ਤੇ ਡਾਕਟਰ ਕਹਿਣ ਲੱਗਿਆ ਇਹਨਾਂ ਨੂੰ ਇੰਜ ਕਰੋ, ਐਮਰਜੈਂਸੀ ਵਿੱਚ ਲੈ ਚਲੋ, ਇਹਨਾਂ ਨੂੰ ਹਾਰਟ ਦਾ ਅਟੈਕ ਆ ਗਿਆ। ਪਹਿਲਾ ਅਟੈਕ ਆਇਆ ਤੇ ਉਹਨਾਂ ਦਾ ਇਲਾਜ ਕਰਦਿਆਂ ਕਰਦਿਆਂ 3-4 ਵਜ ਗਏ, ਦੂਸਰਾ ਫੇਰ ਅਟੈਕ ਆ ਗਿਆ। ਸਵੇਰੇ 9-9:30 ਵਜੇ ਤੀਸਰਾ ਅਟੈਕ ਆਇਆ ਤੇ ਡਾਕਟਰ ਨੇ ਫਾਈਨਲ ਕਰ ਦਿੱਤਾ ਕਿ ਭਾਈ ਇੰਜ ਕਰੋ, ਇਸ ਦੀ ਬੋਡੀ ਨੂੰ ਲੈ ਜਾਓ, ਇਹ ਖਤਮ ਹੋ ਗਿਆ ਹੈ, ਇਹ ਮਰ ਗਿਆ ਹੈ। ਅੱਛਾ ਜੀ। ਤੇ ਲੈਂਡਲਾਈਨ ਫੋਨ ਸੀ ਤੇ ਡਾਕਟਰ ਦੇ ਹਸਪੀਟਲ ਦੇ ਵਿੱਚੋਂ ਹੀ ਫੋਨ ਕਰ ਦਿੱਤਾ ਮਹਾਂਪੁਰਖਾਂ ਦੇ ਸਥਾਨ ਤੇ ਕਿ ਭਾਈ ਉਹ ਜਿਹੜਾ ਸਿੰਘ ਸੀ ਪਰਮਜੀਤ ਸਿੰਘ, ਜਿਹੜਾ ਚੈੱਕਅਪ ਕਰਵਾਉਣ ਗਿਆ ਸੀ ਤੇ ਉਸ ਦੀ ਮੌਤ ਹੋ ਗਈ ਹੈ। ਤੇ ਮਹਾਂਪੁਰਖਾਂ ਕੋਲੇ ਇਹ ਜਦੋਂ ਗੜਵਾਈ ਮੈਸੇਜ ਲੈ ਕਰਕੇ ਜਾਂਦਾ, ਉਹ ਡਰਦੇ ਆ ਨਾ, ਮਹਾਂਪੁਰਖਾਂ ਨੂੰ ਆਖਦੇ ਹਨ ਕਿ ਬਾਬਾ ਜੀ ਉਹ ਜਿਹੜਾ ਸਿੰਘ ਸੀ ਨਾ, ਮਹਾਂਪੁਰਖ ਫਿਰ ਆਪ ਹੀ ਗੱਲ ਛੇੜਤੀ। ਕਹਿਣ ਲੱਗੇ ਹਾਂ ਜਿਹੜਾ ਭਾਈ ਸਿੰਘ ਰਾਤ ਭੇਜਿਆ ਸੀ ਚੈੱਕਅਪ ਕਰਾਉਣ ਵਾਸਤੇ, ਉਹ ਕਿਵੇਂ ਹੈ? ਕਹਿਣ ਲੱਗੇ ਜੀ ਉਸ ਦੀ ਤਾਂ ਮੌਤ ਹੋ ਗਈ ਹੈ, ਡੈਥ ਹੋ ਗਈ ਹੈ। ਅੱਛਾ ਜੀ, ਕੀ ਗੱਲ ਬਣੀ? ਕਹਿਣ ਲੱਗੇ ਜੀ ਉਸ ਨੂੰ ਹਾਰਟ ਅਟੈਕ ਆਇਆ ਹੈ। ਤੇ ਉਹ ਕੀ ਹੁੰਦਾ ਹੈ? ਦੇਖੋ ਮਹਾਂਪੁਰਖ ਜਾਣੀ ਜਾਣ ਹਨ, ਬ੍ਰਹਮ ਗਿਆਨੀ ਹਨ, ਉਹ ਕੀ ਹੁੰਦਾ ਹੈ? ਕਹਿਣ ਲੱਗੇ ਜੀ ਜਿਹੜਾ ਦਿਲ ਹੈ ਨਾ, ਦਿਲ ਕੰਮ ਕਰਨਾ ਛੱਡ ਦਿੰਦਾ ਹੈ ਤੇ ਉਸ ਨੂੰ ਹਾਰਟ ਅਟੈਕ ਕਹਿੰਦੇ ਹਨ। ਮਹਾਂਪੁਰਖਾਂ ਦੇ ਬਚਨ ਦੇਖੋ, ਸੰਤ ਸਹਾਈ ਰਾਮ ਕੇ, ਕਿਵੇਂ ਰੱਬ ਦੇ ਘਰ ਤੋਂ ਇੱਕ ਆਮ ਇਨਸਾਨ ਨੂੰ ਜੀਵਨ ਬਖਸ਼ਿਸ਼ ਕਰਦੇ ਹਨ, ਕਿਵੇਂ ਪਾਤਸ਼ਾਹ ਜੀ ਨੇ ਮੌਤ ਤੋਂ ਵੀ ਬਾਹਰ ਕੱਢ ਲਿਆਂਦਾ। ਸੰਤਾਂ ਨੇ ਵਚਨ ਕੀਤਾ, ਕਹਿਣ ਲੱਗੇ ਦਿਲ ਦਾ ਕੀ ਹੈ? ਦਿਲ ਕਦੇ ਕੰਮ ਕਰਨਾ ਸ਼ੁਰੂ ਕਰ ਦਿੰਦਾ ਹੈ, ਕਦੇ ਬੰਦ ਕਰ ਦਿੰਦਾ ਹੈ। ਦਿਲ ਤੇ ਕਹਿਣ ਲੱਗੇ ਰੁਕੇ ਹੋਏ ਕੰਮ ਵੀ ਕਰਨਾ ਸ਼ੁਰੂ ਕਰ ਦਿੰਦੇ ਹਨ। ਉਹਨਾਂ ਨੂੰ ਡਾਕਟਰ ਨੂੰ ਆਖੋ ਕਿ ਇਹਨਾਂ ਨੂੰ ਦੱਬ ਦੁੱਬ ਕੇ ਦੇਖੋ, ਇਹਨਾਂ ਦਾ ਦੁਬਾਰਾ ਚੈੱਕਅਪ ਕਰੋ, ਦੁਬਾਰਾ ਤੁਸੀਂ ਟ੍ਰੀਟਮੈਂਟ ਸ਼ੁਰੂ ਕਰੋ ਤੇ ਉਹਨਾਂ ਨੇ ਬਚ ਜਾਣਾ ਹੈ। ਤੇ ਇਹਨਾਂ ਜਦੋਂ ਸ਼ਬਦ ਆਖਿਆ ਨਾ ਤੇ ਡਾਕਟਰ ਨੂੰ ਫੋਨ ਕੀਤਾ ਕਿ ਮਹਾਂਪੁਰਖਾਂ ਨੇ ਆਖਿਆ ਹੈ ਕਿ ਭਾਈ ਦੱਬ ਦੁੱਬ ਕੇ ਦੇਖੋ ਇਸ ਨੂੰ ਚੈਸਟ ਤੋਂ, ਵੀ ਦਿਲ ਦਾ ਕੀ ਹੈ? ਦਿਲ ਤੇ ਕਦੇ ਕੰਮ ਕਰਨ ਲੱਗ ਜਾਂਦਾ ਹੈ, ਕਦੇ ਨਹੀਂ ਵੀ ਕਰਦਾ। ਤੇ ਉਹੀ ਗੱਲ ਹੋਈ, ਇਲਾਜ ਸ਼ੁਰੂ ਕੀਤਾ। ਮਹਾਂਪੁਰਖਾਂ ਦਾ ਉਹ ਸੰਗੀ ਸੀ ਡਾਕਟਰ, ਵਿਸ਼ਵਾਸ ਰੱਖਦਾ ਸੀ। ਤੇ ਜਦੋਂ ਉਸਨੇ ਇਲਾਜ ਸ਼ੁਰੂ ਕੀਤਾ ਤੇ ਦੁਬਾਰਾ ਫੇਰ ਉਹ ਸਵਾਸ ਬਾਹਰ ਆ ਗਈ, ਦੁਬਾਰਾ ਫੇਰ ਉਸ ਸਰੀਰ ਦੇ ਵਿੱਚ, ਮੁਰਦਾ ਦੇ ਵਿੱਚ ਜਾਨ ਜਦੋਂ ਆਈ ਤੇ ਉਹਨਾਂ ਨੇ ਕਹਿ ਦਿੱਤਾ ਕਿ ਮਹਾਂਪੁਰਖਾਂ ਦੇ ਬਚਨ ਪੂਰੇ ਹੋ ਗਏ ਹਨ। ਕਿਉਂ ਪੂਰੇ ਹੁੰਦੇ ਹਨ? ਕਿਉਂਕਿ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਲਿਖਿਆ ਹੈ
कि मेरी बंदी भगत छुड़ावै, बंदी भगत ना छूटै मोहे। जे प्यार दे नाल भगत जन मैनू कह देण ना, रब कहता है कि भाई ये काम करना है, जे किसी गल दे विच दखल दे देना तो कहण लगे महापुरखों की भगतों की जिहड़ी कहे हुए शब्द हैं उन्होंने मैं कदे नकार नहीं सकता, महाराज जी आखदे हैं। इस करके भाई जिहड़े महापुरखों की संगत है, महापुरखों की जिहड़ा भी इंसान अपने जीवन काल के अंदर वडियाई करता है, वो इंसान परमात्मा के घर तो बड़ी छेती रहमत प्राप्त कर लेंदा है। क्यों? क्योंकि संत सहाई राम के कर कृपा दिए मिलाए, कि किरपा दे नाल परमात्मा नूं मिला दिंदे हन। क्यों? क्योंकि इसे ही बाणी दे विच पंचम पातशाह महाराज जी कहण लगे मनुख दा हाल ये है कि ये मनुख आखदा है कि पातशाह जी वो किरत कर्म के विछड़े कर कृपा मिल हो रहा। हुण जिन्हां ने अरदास की है कि किरपा करके मेल दिओ, तो उन्हां दे उत्ते मेरे पातशाह जी जरूर रहमतां करदे हैं। हुण अगों सतगुरु जी कहण लगे कि सेज सुहावी सर्ब सुख हुण दुखा ना ही जाए। कहण लगे हिरदे की सेज के उत्ते ना मेरा रब परमात्मा वस गया है, प्रगट हो गया है मेरा परमात्मा। तो हुण कहण लगे दुखों वाली तो गल कोई नहीं है, हुण मेरे जीवन के विच दुख नहीं हैं, तो होर की किरपा हुंदी है, जुड़े हुए दे जीवन के विच होर की रहमतां हुंदियां हन। इच पुन्नी वड भागणी वर पाया है। जिस भी इच्छा नूं लैकर के तुसीं पातशाह जी के चरणों में अरदास करोगे ना, वो ही इच्छा पातशाह जी संपूर्ण कर देंदे हैं। पर एक कंडीशन है, एक परमात्मा के घर का हुक्म है कि भाई तेरी अरदास बस एक ओंकार के चरणों में ही सुनी जाएगी। जे महापुरखों की संगत करन जाइए, महापुरखों को आखिए कि बाबा जी एक कारज हैं, तो एको शब्द होंदा है महापुरखों का कि भाई गुरु घर की सेवा करया कर ते बाणी पढ़िया कर। भांडे मांजण दे विच ते बाणी पढ़न दे विच बहुत बरकतां हैं। जिन्हां मनुखां ने, जिन्हां इंसानां ने महापुरखों के इस बचन नूं मन्निया है ना, तो उन्हां दे उत्ते रहमतां बख्शिशां हुंदियां हन। अज दी घड़ी दे अंदर साडे अति सत्कारयोग भाई साहब भाई ज्ञानी पिंदरपाल सिंह जी, संत बाबा सुच्चा सिंह जी महाराज जवद्दी टकसाल, उत्थे उन्हां दी संगत करन वास्ते आउंदे सन। ते समा सी कोई कि घर का गुजारा भी औखा सी। महापुरखों बेनती है कि बहुत औखा चलता है। महापुरखों ने एक बचन किया, कहन लगे जीवन काल के अंदर एक मूल मंत्र साहिब जी का जाप, ते दूसरा भाई हथी भांडियां की सेवा करया कर। सेवा करन दे नाल ते नाम जपण दे नाल तेरी चढ़दी कला हो जानी है। 7 वचन, वो शब्द 7 वचन करके जीवन में हंडाया है। अज भी ज्ञानी जी नाल तुसीं परसनली तौर पर जो तुसीं गल करोगे ना, वो यही आखणगे कि भाई धन गुरु रामदास महाराज जी ने किरपा की, मैनू मूल मंत्र साहिब जी का जाप बख्शिश किया, तो मूल मंत्र साहिब जी के जाप के नाल अज सारे रंग लगे हैं। अज की किरपा है, की रहमत है, इंसाना ने तो उन्होंने विचार सुननी ही सुननी है। अज तो जिस परिंदे के भी कन दे विच उन्हां दा वचन पैंदा है, वो भी एक बारी रुक करके सुनता है। क्यों? क्योंकि उन्होंने महापुरखों के वचन को जीवन के विच कमा लिया। उन्होंने इच्छा रखी कि सतगुरु जी के चरणों में एक बेनती कर दीए कि पातशाह जी के दर तो रहमतां हो जाण, किरपा हो जाए। तो पातशाह जी कहन लगे जिन्हां ने हुण कमाया है तो उन्होंने उत्ते पातशाह जी ने मेहर किरपा भी की है। हुण मिल सहिया मंगल गावहि गीत गोबिंदा लाए। जिहड़ी संगत है ना, संगत नूं पातशाह जी ने यह बख्शिश किया है कि इन्हां सखियां दे नाल बैठ करके ना परमात्मा के घर के गुण गाया कर, मंगल गाया कर। हर जिहा अवर न दिसे को दूजा लवै न लाए। परमात्मा तो बिना भाई तेनों किसी ने अपना संगी नहीं बनाना, परमात्मा तो बिना तेनों किसी ने भाई पुछना नहीं है।
ਹੁਣ ਅੱਗੋਂ ਸਤਿਗੁਰੂ ਜੀ ਕਹਿਣ ਲੱਗੇ, ਹਾਲਤ ਪਲਤ ਸਵਾਰਿਓ ਨਿਹਚਲ ਦਿੱਤੀ ਨ ਜਾਏ। ਤੇ ਮੇਰੇ ਪਾਤਸ਼ਾਹ ਜੀ, ਹਾਲਤ ਇਹ ਸੰਸਾਰ ਪਲਤ ਤੇ ਪਰਲੋਕ ਵੀ ਸਵਾਰ ਦਿੰਦੇ ਹਨ। ਸੰਸਾਰ ਸਾਗਰ ਤੇ ਰੱਖਿਅਨ ਬਹੁੜ ਨਾ ਜਨਮੈ ਧਾਏ। ਇਸ ਸੰਸਾਰ ਜਗਤ ਦੇ ਅੰਦਰ ਮੇਰੇ ਪਾਤਸ਼ਾਹ ਜੀ ਮਿਹਰ ਕਰਕੇ, ਰਹਿਮਤਾਂ ਕਰਕੇ ਹਰ ਪ੍ਰਕਾਰ ਦੀ ਕਿਰਪਾ ਕਰਦੇ ਹਨ। ਤੇ ਜਿਨ੍ਹਾਂ ਦੇ ਉੱਤੇ ਕਿਰਪਾ ਹੋ ਜਾਂਦੀ ਹੈ, ਰਹਿਮਤ ਹੋ ਜਾਂਦੀ ਹੈ, ਤੇ ਪਾਤਸ਼ਾਹ ਜੀ ਕਹਿਣ ਲੱਗੇ ਉਹਨਾਂ ਇਨਸਾਨਾਂ ਨੂੰ ਵਾਰ-ਵਾਰ ਇਸ ਸੰਸਾਰ ਵਿੱਚ ਨਹੀਂ ਆਉਣਾ ਪੈਂਦਾ, ਵਾਰ-ਵਾਰ ਜੁਨੀਆਂ ਵਿੱਚ ਨਹੀਂ ਪੈਣਾ ਪੈਂਦਾ। ਤੇ ਸਤਿਗੁਰੂ ਜੀ ਕਹਿਣ ਲੱਗੇ, ਪਲ ਗੁਣ ਨਿਤ ਸਲਾਹੀਐ ਜਿਸਨੋ ਤਿਲ ਨਾ ਤਮਾਏ। ਫੱਗਣ ਦੇ ਮਹੀਨੇ ਦੇ ਵਿੱਚ ਜਿਹੜੇ ਮਨੁੱਖਾਂ ਨੇ ਪਰਮਾਤਮਾ ਦੇ ਘਰ ਦੀ ਬੰਦਗੀ ਕਰ ਲਈ, ਪਰਮਾਤਮਾ ਦੇ ਘਰ ਦਾ ਸਿਮਰਨ ਕਰ ਲਿਆ, ਉਹਨਾਂ ਦਾ ਕੀਤਾ ਹੋਇਆ ਸਿਮਰਨ ਇੱਕ ਤਿਲ ਜਿੰਨੀ ਵੀ ਕੀਤੀ ਹੋਈ ਸੇਵਾ ਕਦੇ ਵੀ ਨਿਹਫਲ ਨਹੀਂ ਜਾਂਦੀ। ਹੁਣ ਸਤਿਗੁਰੂ ਜੀ ਪੰਚਮ ਪਾਤਸ਼ਾਹ ਮਹਾਰਾਜ ਜੀ ਨੇ ਇੱਕ ਰਹਿਮਤ ਕੀਤੀ। ਇੱਥੇ ਇਹ ਜਿਹੜੀ 12 ਮਾਹ ਦੀ ਬਾਣੀ ਹੈ, ਇੱਥੇ ਸਤਿਗੁਰੂ ਜੀ ਨੇ ਇਹਨਾਂ 12 ਮਹੀਨਿਆਂ ਦੇ ਵਿੱਚ ਵੀ ਕਿਰਪਾ ਕੀਤੀ ਤੇ 2 ਸ਼ਲੋਕ ਪਾਤਸ਼ਾਹ ਜੀ ਨੇ ਹੋਰ ਰਹਿਮਤ ਕੀਤੇ। ਟੋਟਲ ਇਸ ਬਾਣੀ ਦੇ 14 ਸ਼ਲੋਕ ਹਨ। ਹੁਣ ਇਹ ਅੰਤਲਾ ਸ਼ਲੋਕ ਹੈ। ਪਾਤਸ਼ਾਹ ਜੀ ਕਹਿਣ ਲੱਗੇ, ਜਿਨ ਜਿਨ ਨਾਮ ਧਿਆਇਆ। ਕਹਿਣ ਲੱਗੇ ਜਿਨ੍ਹਾਂ ਹਿਰਦਿਆਂ ਨੇ, ਜਿਨ੍ਹਾਂ ਇਨਸਾਨਾਂ ਨੇ ਨਾਮ ਧਿਆਇਆ ਹੈ, ਤਿਨਕੇ ਕਾਜ ਸਰੇ। ਉਹਨਾਂ ਦੇ ਸਾਰੇ ਕਾਰਜ ਆਪ ਸਵਾਰ ਦਿੰਦੇ ਹਨ, ਕਿਉਂਕਿ ਆਪਣੇ ਸੇਵਕ ਕੀ ਆਪੇ ਰੱਖੈ, ਆਪੇ ਨਾਮ ਜਪਾਵੇ। ਉਹਨਾਂ ਦੇ ਸਾਰੇ ਕਾਰਜ ਮੇਰੇ ਸਤਿਗੁਰੂ ਜੀ ਸਵਾਰਦੇ ਹਨ। ਤੇ ਅੱਗੋਂ ਸਤਿਗੁਰੂ ਜੀ ਕਹਿਣ ਲੱਗੇ, ਹਰ ਗੁਰ ਪੂਰਾ ਆਰਾਧਿਆ ਦਰਗ ਹੈ ਸੱਚ ਖਰੇ। ਜਿਨ੍ਹਾਂ ਨੇ ਪੂਰੇ ਗੁਰੂ ਨੂੰ ਆਰਾਧਿਆ ਹੈ, ਧਿਆਇਆ ਹੈ, ਤੇ ਮੇਰੇ ਪਰਮਾਤਮਾ ਵਾਹਿਗੁਰੂ ਜੀ ਕਿਰਪਾ ਕਰਕੇ ਦਰਗਾਹ ਦੇ ਵਿੱਚ ਵੀ ਉਹਨਾਂ ਨੂੰ ਸੱਚ ਦੇ ਨਾਲ ਹੀ ਖੜਾਉਂਦੇ ਹਨ। ਸਰਬ ਸੁਖਾ ਨਿਤ ਚਰਨ ਹਰ ਭਉ ਜਲ ਵਿਕਮ ਤਰੇ। ਤੇ ਪਰਮਾਤਮਾ ਦੇ ਚਰਨਾਂ ਤੋਂ ਸਾਰੇ ਸੁੱਖ ਮਿਲਦੇ ਹਨ ਤੇ ਇਸ ਭਵ ਸਾਗਰ ਤੋਂ ਤਰਨ ਦਾ ਰਸਤਾ ਵੀ ਪਰਮਾਤਮਾ ਦੇ ਘਰ ਤੋਂ ਪ੍ਰਾਪਤ ਹੁੰਦਾ ਹੈ। ਪ੍ਰੇਮ ਭਗਤ ਤਿਨ ਪਾਈਆ ਵਿਖਿਆ ਨਹੀਂ ਜਰੇ। ਤੇ ਕਹਿਣ ਲੱਗੇ ਇਹ ਜਿਹੜੀ ਪਰਮਾਤਮਾ ਦੇ ਘਰ ਦੀ ਰਹਿਮਤ ਹੈ, ਇਹ ਭਾਈ ਭਗਤੀ ਹੈ ਜਿਹੜੀ, ਇਹ ਪ੍ਰੇਮ ਦੇ ਨਾਲ ਹੀ ਪ੍ਰਾਪਤ ਹੋਣੀ ਹੈ। ਨਾ ਤੇ ਸਤਿਗੁਰੂ ਜੀ ਦੇ ਘਰ ਦੇ ਵਿੱਚ ਚਲਾਕੀ ਚੱਲਦੀ ਹੈ, ਨਾ ਪਰਮਾਤਮਾ ਦੇ ਘਰ ਦੇ ਵਿੱਚ ਕੋਈ ਹੁਸ਼ਿਆਰੀ, ਨਾ ਵਿਦਿਆ ਚੱਲਦੀ ਹੈ ਬਹੁਤੀ। ਬਸ ਇੱਥੇ ਤੇ ਪਾਤਸ਼ਾਹ ਜੀ ਕਹਿਣ ਲੱਗੇ, ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ। ਜਿਨ੍ਹਾਂ ਨੇ ਸਤਿਗੁਰੂ ਜੀ ਨੂੰ ਪਿਆਰ ਕੀਤਾ ਹੈ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ, ਉਹਨਾਂ ਨੇ ਪਰਮਾਤਮਾ ਦੇ ਘਰ ਤੋਂ ਰਹਿਮਤਾਂ ਪ੍ਰਾਪਤ ਕੀਤੀਆਂ ਹਨ। ਹੁਣ ਅੰਤਲੀਆਂ ਪੰਕਤੀਆਂ ਵਿੱਚ ਸਤਿਗੁਰੂ ਜੀ ਕਹਿਣ ਲੱਗੇ, ਪਾਰ ਬ੍ਰਹਮ ਪ੍ਰਭ ਸੇਵ ਦੇ ਮਨ ਅੰਦਰ ਏਕ ਧਰੇ। ਮਹਾਨ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ। ਕਹਿਣ ਲੱਗੇ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਇੱਕ ਵਸ ਗਿਆ, ਪਰਮਾਤਮਾ ਦੀ ਰਹਿਮਤ ਹੋ ਗਈ, ਤੇ ਉਹਨਾਂ ਦੇ ਜੀਵਨ ਦੇ ਵਿੱਚ ਹਰ ਮਹੀਨਾ, ਹਰ ਟਾਈਮ, ਹਰ ਵਾਰ ਪਰਮਾਤਮਾ ਦੀ ਕਿਰਪਾ ਦੇ ਨਾਲ ਹਰ ਇੱਕ ਮਹੀਨਾ, ਹਰ ਇੱਕ ਦਿਨ, ਹਰ ਵਾਰ ਰਹਿਮਤ ਵਾਲਾ, ਬਖਸ਼ਿਸ਼ ਵਾਲਾ ਹੁੰਦਾ ਹੈ। ਤੇ ਭਾਈ ਜੇਕਰ ਹੁਣ ਤੂੰ ਸਤਿਗੁਰੂ ਜੀ ਕਹਿਣ ਲੱਗੇ, ਜੇ ਚਾਹੁੰਦਾ ਹੈ ਕਿ ਮੰਗਲ ਬਣਿਆ ਰਵੇ, ਸੁੱਖ ਬਣਿਆ ਰਵੇ, ਆਨੰਦ ਬਣਿਆ ਰਵੇ,